खबर का रुख करते हैं। सिद्धू मूसेवाला ਦੀ मौत ਨੂੰ 2 ਮਹੀਨੇ ਹੋ ਚੁੱਕੇ ਨੇ, ਪਰ ਲੋਕਾਂ ਦੇ ਦਿਲਾਂ ਦੇ ਵਿੱਚ ਸਿੱਧੂ ਦੇ ਲਈ ਪਿਆਰ ਉਸੇ ਤਰ੍ਹਾਂ ਬਰਕਰਾਰ ਹੈ। ਪੰਜਾਬੀ ਨਹੀਂ ਸਗੋਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਸਿੱਧੂ ਨੂੰ ਆਪੋ ਆਪਣੇ ਤਰੀਕੇ ਨਾਲ ਯਾਦ ਕੀਤਾ ਜਾ ਰਿਹਾ ਹੈ। ਮਾਲਵੇ ਬੈਲਟ ਦੇ ਵਿੱਚ ਪੈਂਦੇ ਜੱਟਾਂ ਦੀ ਦੇਖ ਲੈ ਕੈਨੇਡਾ ਤੱਕ ਪੈਂਦੀ ਤੱਕ ਨਹੀਂ। 2017 ਦੇ ਵਿੱਚ ਮੂਸੇਵਾਲਾ ਦੇ ਗਾਣੇ ਦੇ ਬੋਲ ਸੱਚ ਨੇ। ਮਾਲਵੇ ਦੇ ਪੈਂਦੇ ਪਿੰਡ ਮੂਸੇ ਤੋਂ ਸ਼ੁਭਦੀਪ ਸਿੰਘ ਸਿੱਧੂ ਕੈਨੇਡਾ ਪੜਨ ਗਿਆ, ਲੇਖਣੀ ਤੋਂ ਗਾਇਕੀ ਤੱਕ ਪਹੁੰਚਿਆ। ਗੱਲ ਮੂਸੇਵਾਲਾ ਦੇ ਇਸੇ ਸਟਰਗਲਿੰਗ ਦੌਰ ਦੀ। ਲੁਧਿਆਣਾ ਦੇ GNE ਕਾਲਜ ਤੋਂ ਡਿਗਰੀ ਕਰਕੇ ਸਿੱਧੂ ਕੈਨੇਡਾ ਪੜਨ ਦੇ ਲਈ ਗਿਆ, ਜਿੱਥੇ ਬਰਮਟਨ ਦੇ ਸ਼ੈਰਿਡਨ ਕਾਲਜ ਤੇ ਟੋਰਾਂਟੋ ਨੇੜਲੇ ਸ਼ਹਿਰ ਆਟੋਬੀਕੋ ਦੇ ਹੰਬਰ ਕਾਲਜ ਦੇ ਵਿੱਚ ਪੜ੍ਹਾਈ ਕੀਤੀ। ਇਸੇ ਦੌਰਾਨ ਸਿੱਧੂ ਨੇ ਗਾਇਕੀ ਦਾ ਸਫ਼ਰ ਵੀ ਸ਼ੁਰੂ ਕੀਤਾ। 2017 ਦੇ ਵਿੱਚ ਸਿੱਧੂ ਮੂਸੇਵਾਲਾ ਜਿਵੇਂ ਆਮ ਆਡੀਅנס ਆਉਂਦੀ ਆ ਤੇ ਖੜ ਕੇ ਨੱਚ ਖੇਡ ਕੇ ਚਲੇ ਜਾਂਦੀ ਆ, ਇਸੇ ਤਰ੍ਹਾਂ ਹੀ ਸਿੱਧੂ ਮੂਸੇਵਾਲਾ ਵੀ ਮੇਲੇ ਦੇ ਵਿੱਚ ਆਇਆ ਤੇ ਟ੍ਰੇਲਰਾਂ ਦੇ ਕੋਲੇ ਗਾ ਕੇ ਚਲਿਆ ਗਿਆ। ਸਿੱਧੂ ਦੇ ਦੋਸਤਾਂ ਨੇ ਉਸਦੇ ਕਾਲਜ ਵੇਲੇ ਦੀਆਂ ਯਾਦਾਂ ਨੂੰ ਮੁੜ ਤਾਜ਼ਾ ਕੀਤਾ। ਨਿਊਜ਼ 18 ਦੀ ਟੀਮ ਸਿੱਧੂ ਦੇ ਕੈਨੇਡਾ ਦੇ ਕਾਲਜਾਂ ਦੇ ਵਿੱਚ ਪਹੁੰਚੀ ਤੇ ਉਸਦੇ ਪੁਰਾਣੇ ਮਿੱਤਰਾਂ ਨੂੰ ਵੀ ਮਿਲੀ, ਜੋ ਉਸਦੇ ਸਟਰਗਲ ਤੋਂ ਲੈ ਕੇ ਸਟਾਰ ਬਣਨ ਤੱਕ ਨਾਲ ਰਹੇ। हाँ बिल्कुल जी, ਅਸੀਂ ਇੱਕੋ ਕਾਲਜ ਪੜ੍ਹਦੇ ਰਹੇ ਹਾਂ। ਮੈਂ ਵੀ ਹੰਬਰ ਕਾਲਜ ਤੋਂ ਹੀ ਸਟੱਡੀ ਕੀਤੀ ਆ ਤੇ ਬਾਅਦ ਦੇ ਵਿੱਚ ਸਿੱਧੂ ਵੀਰ ਵੀ ਇੱਥੇ ਆ ਕੇ ਸਟੱਡੀ ਕਰਕੇ ਗਿਆ ਹੈਗਾ। ਸੋ ਸਾਡਾ ਪਹਿਲੀ ਵਾਰ ਅਸੀਂ ਇੱਕ ਪਿਕਨਿਕ ਤੇ ਮਿਲੇ ਸੀਗੇ, ਜਿੱਥੇ ਸਿੱਧੂ ਬਾਈ ਆਇਆ ਹੋਇਆ ਸੀਗਾ। ਸਿੱਧੂ ਮੂਸੇਵਾਲਾ ਦੀ ਕਰਮ ਭੂਮੀ ਕੈਨੇਡਾ ਕਹੀ ਜਾ ਸਕਦੀ ਹੈ, ਕਿਉਂਕਿ ਇੱਥੋਂ ਹੀ ਸ਼ੁਭਦੀਪ ਸਿੰਘ ਸਿੱਧੂ ਨੂੰ ਸਿੱਧੂ ਮੂਸੇਵਾਲਾ ਵਜੋਂ ਪਛਾਣ ਮਿਲੀ। ਮੇਰੀ ਰੜਕੇ ਤਾਂ ਉਹਦੀ ਚੱਕ ਲਈਦਾ, ਉਹ ਚੱਕਾ ਚੱਕਿਆ ਨਹੀਂ ਅਲੜੀ ਕੁਵਾਰੀ ਦਾ। 6 ਫੁੱਟ ਦੇ ਸਰੀਰ ਵਿੱਚ ਅਲੜੇ, ਉਹ ਕਿਤੇ ਕਿਣਕਾ ਨਹੀਂ ਰੱਖਿਆ ਗਦਾਰੀ ਦਾ। 6 ਫੁੱਟ ਦੇ ਸਰੀਰ ਵਿੱਚ ਅਲੜੇ, ਕਿਤੇ ਕਿਨਕਾ ਨਹੀਂ ਰੱਖਿਆ ਗੱਦਾਰੀ ਦਾ। ਤੇ ਸਿੱਧੂ ਨੇ ਕੈਨੇਡਾ ਦੇ ਵਿੱਚ ਇਹ ਬੋਲ 2017 ਦੇ ਵਿੱਚ ਗਾਏ, ਜਿਸ ਸਮੇਂ ਉਹਨਾਂ ਦੇ ਯਾਰ ਵੀ ਉਹਨਾਂ ਦੇ ਨਾਲ ਸੀ। ਤੇ ਉਸ ਤੋਂ ਬਾਅਦ ਸਿੱਧੂ ਦਾ ਨਾਮ ਧਰੂ ਤਾਰੇ ਵਾਂਗੂ ਚਮਕਦਾ ਗਿਆ ਤੇ ਸਿੱਧੂ ਮੂਸੇਵਾਲਾ ਦੇ ਇਹੀ ਦੋਸਤਾਂ ਨੇ ਸਿੱਧੂ ਦਾ ਲਾਈਵ ਕਰਵਾਉਣ ਦੇ ਲਈ ਸਿੱਧੂ ਤੋਂ ਸਮਾਂ ਮੰਗਿਆ ਤੇ 30 ਜੁਲਾਈ ਸਿੱਧੂ ਦਾ ਸ਼ੋਅ ਕੈਨੇਡਾ ਦੇ ਵਿੱਚ ਹੋਣਾ ਸੀ। 30 ਜੁਲਾਈ ਨੂੰ ਇਸ ਦਾ ਸ਼ੋਅ ਆ ਜਿਹੜਾ ਰੱਖਿਆ ਸੀ। ਅੱਜ ਸਾਨੂੰ ਕੀ ਪਤਾ ਸੀ ਕਿ 2 ਮਹੀਨਿਆਂ ਬਾਅਦ 30 ਜੁਲਾਈ ਆ ਜਿਹੜੀ, ਉਸ ਟਾਈਮ ਸਾਡੇ ਵਿੱਚ ਸਿੱਧੂ ਮੂਸੇਵਾਲਾ ਨਹੀਂ ਹੋਣਗੇ। ਦੋਸਤਾਂ ਮੁਤਾਬਕ ਸਿੱਧੂ ਦੇ ਸ਼ੋਅ ਦੀਆਂ ਤਿਆਰੀਆਂ ਵੀ ਕਰ ਲਈਆਂ ਗਈਆਂ ਸਨ, ਪਰ ਅਫਸੋਸ ਸਿੱਧੂ ਦਾ ਨਾ ਇਹ ਸ਼ੋਅ ਹੋਇਆ ਤੇ ਨਾ ਕਦੇ ਹੋਵੇਗਾ, ਕਿਉਂਕਿ 2 ਮਹੀਨੇ ਪਹਿਲਾਂ ਟਿੱਬਿਆਂ ਦਾ ਪੁੱਤ ਸਿੱਧੂ ਟਿੱਬਿਆਂ ਦੀ ਮਿੱਟੀ ਦੇ ਵਿੱਚ ਰਚ ਚੁੱਕਿਆ ਹੈ। ਤਾਂ ਟੈਟੂਆਂ ਦਾ ਜ਼ਿਕਰ ਸਿੱਧੂ ਮੂਸੇਵਾਲਾ ਆਪਣੇ ਗਾਣਿਆਂ ਦੇ ਵਿੱਚ ਵੀ ਕਰਦੇ ਸੀ ਤੇ ਕੁਝ ਉਸ ਤਰੀਕੇ ਨਾਲ ਹੀ ਉਹਨਾਂ ਦੀ ਜਾਨ ਤੋਂ ਬਾਅਦ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਸਿੱਧੂ ਮੂਸੇਵਾਲਾ ਦੀ ਫੈਨ ਫੋਲੋਇੰਗ ਵਿਸ਼ਵ ਪੱਧਰੀ ਸੀ ਤੇ ਵਿਦੇਸ਼ੀ ਸਿੰਗਰਾਂ ਤੇ ਰੈਪਰਸ ਦੇ ਵੱਲੋਂ ਵੀ ਸਿੱਧੂ ਦੇ ਨਾਲ ਜਿੱਥੇ ਕਲੈਬ ਕੀਤੇ ਗਏ, ਤਾਂ ਉੱਥੇ ਹੁਣ ਸਿੱਧੂ ਨੂੰ ਆਪਣੇ ਲਾਈਵ ਸ਼ੋਅ ਦੌਰਾਨ ਉਹ ਸ਼ਰਧਾਂਜਲੀ ਵੀ ਦੇ ਰਹੇ। ਸਿੱਧੂ ਮੂਸੇਵਾਲਾ ਜਿਸ ਨੇ ਆਪਣੀ ਗਾਇਕੀ ਦਾ ਸਫ਼ਰ ਕੈਨੇਡਾ ਤੋਂ ਸ਼ੁਰੂ ਕੀਤਾ ਤੇ ਸਿੱਧੂ ਦੀ ਫੈਨ ਫੋਲੋਇੰਗ ਵੀ ਵਿਸ਼ਵ ਪੱਧਰੀ ਸੀ। ਸਿੱਧੂ ਦੀ ਮੌਤ ਤੋਂ ਬਾਅਦ ਜਿੱਥੇ ਪੰਜਾਬੀ ਸਿੰਗਰ ਸਿੱਧੂ ਨੂੰ ਸ਼ਰਧਾਂਜਲੀ ਦੇ ਰਹੇ ਨੇ, ਉੱਥੇ ਵਿਦੇਸ਼ੀ ਸਿੰਗਰ ਅਤੇ ਰੈਪਰਾਂ ਦੇ ਵੱਲੋਂ ਵੀ ਸਿੱਧੂ ਨੂੰ ਆਪਣੇ ਲਾਈਵ ਸ਼ੋਅ ਦੌਰਾਨ ਯਾਦ ਕੀਤਾ ਜਾ ਰਿਹਾ ਹੈ। ਮਸ਼ਹੂਰ ਕੈਨੇਡੀਅਨ ਰੈਪਰ ਡ੍ਰੇਕ ਨੇ ਸਿੱਧੂ ਮੂਸੇਵਾਲਾ ਨੂੰ ਆਪਣੇ ਲਾਈਵ ਦੌਰਾਨ ਯਾਦ ਕਰਦਿਆਂ ਸਿੱਧੂ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਸ਼ੋਅ ਕੀਤਾ। I want you to sing, I want you to party. This is not no regular shit. So again, I'm here tonight grateful just as a kid that grew up wide-eyed. I'm a fan. Trust me, this shit is legendary tonight. I want you to have fun. ਡ੍ਰੇਕ ਦਾ ਇਹ ਸ਼ੋਅ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਸੀ। ਇਸ ਤੋਂ ਪਹਿਲਾਂ ਵੀ ਡ੍ਰੇਕ ਆਪਣੇ ਸ਼ੋਅ ਦੇ ਵਿੱਚ ਮੂਸੇਵਾਲਾ ਨੂੰ ਯਾਦ ਕਰ ਚੁੱਕੇ ਨੇ। ਡ੍ਰੇਕ ਦੇ ਨਾਲ ਹੋਰ ਵੀ ਕਈ ਸਿੰਗਰ ਅਤੇ ਰੈਪਰ ਸਿੱਧੂ ਨੂੰ ਆਪਣੇ ਅੰਦਾਜ਼ ਦੇ ਵਿੱਚ ਸ਼ਰਧਾਂਜਲੀ ਦੇ ਚੁੱਕੇ ਨੇ। I'm one of you tonight and I'm grateful to be from the greatest city in the world. So make ਸਿੱਧੂ ਮੂਸੇਵਾਲਾ ਨੂੰ ਯਾਦ 2 ਮਹੀਨੇ ਬਾਅਦ ਵੀ ਕੀਤਾ ਜਾ ਰਿਹਾ, 2 ਸਾਲ ਬਾਅਦ ਵੀ ਕੀਤਾ ਜਾਏਗਾ ਤੇ ਸ਼ਾਇਦ 2 ਦਹਾਕਿਆਂ ਬਾਅਦ ਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਕਰਨਗੀਆਂ। ਖੈਰ, ਜਦੋਂ ਕਿਸੇ ਦੀ ਮੌਤ ਤੋਂ ਬਾਅਦ ਲੋਕ ਉਸ ਨੂੰ ਯਾਦ ਕਰਨ ਔਰ ਲਗਾਤਾਰ ਕਈ ਮਹੀਨਿਆਂ ਤੱਕ ਇਸ ਤਰੀਕੇ ਨਾਲ ਲੋਕਾਂ ਦੇ ਦਿਲਾਂ ਦੇ ਉੱਤੇ ਉਹ ਸਦਮਾ ਲੱਗਿਆ ਹੋਵੇ, ਫਿਰ ਫਰਕ ਤਾਂ ਪੈਂਦਾ ਹੈ। ਸਿੱਧੂ ਮੂਸੇਵਾਲਾ ਦਾ ਕਤਲ ਹੋਇਆ 29 ਮਈ ਨੂੰ ਤੇ ਕਤਲ ਤੋਂ ਬਾਅਦ ਵੱਡੇ ਵਪਾਰੀਆਂ ਅਤੇ ਸਿੰਗਰਸ ਨੂੰ ਰੰਗਦਾਰੀ ਮੰਗਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ। ਤੇ ਪੁਲਿਸ ਦਾ ਕਹਿਣਾ ਹੈ ਕਿ ਹੁਣ ਤੱਕ 100 ਤੋਂ ਵੱਧ ਰੰਗਦਾਰੀ ਮੰਗਣ ਦੀਆਂ ਸ਼ਿਕਾਇਤਾਂ ਆ ਚੁੱਕੀਆਂ ਨੇ। ਪੁਲਿਸ ਨੇ ਜਾਂਚ ਕੀਤੀ ਤਾਂ ਉਸ ਦੇ ਵਿੱਚ ਪਤਾ ਲੱਗਿਆ ਕਿ 90% ਧਮਕੀਆਂ ਫਰਜ਼ੀ ਸਨ।
ਤੇ ਫਰਜ਼ੀ ਗੈਂਗਸਟਰ ਬਣ ਕੇ ਇਹ ਧਮਕੀਆਂ ਦੇ ਰਹੇ ਸੀ। ਪੁਲਿਸ ਨੇ ਹੁਣ ਤੱਕ ਇਹਨਾਂ ਮਾਮਲਿਆਂ ਦੇ ਵਿੱਚ 12 ਤੋਂ ਵੱਧ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਤੇ ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਮੁਲਜ਼ਮ ਨਸ਼ੇ ਦੇ ਆਦੀ ਨੇ ਅਤੇ ਇਹਨਾਂ ਨੇ ਕਈ ਵੱਡੇ ਲੀਡਰਾਂ ਤੋਂ ਵੀ ਰੰਗਦਾਰੀ ਮੰਗੀ ਸੀ। ਦਰਅਸਲ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਰੈਂਸ ਤੇ ਗੋਲਡੀ ਬਰਾੜ ਦੇ ਨਾਮ ਦੇ ਉੱਤੇ ਰੰਗਦਾਰੀ ਮੰਗਣ ਦੀਆਂ ਸ਼ਿਕਾਇਤਾਂ ਲਗਾਤਾਰ ਪੁਲਿਸ ਕੋਲ ਪਹੁੰਚ ਰਹੀਆਂ ਸਨ। ਉਧਰ ਪਿਛਲੇ ਦਿਨੀ ਪਟਿਆਲਾ ਦੇ ਡੀਸੀ ਅਤੇ ਤਰਨਤਾਰਨ ਦੇ ਡੀਸੀ ਦੇ ਘਰ ਹੋਈ ਚੋਰੀ ਦੀ ਵਾਰਦਾਤ ਨੂੰ ਸੁਲਝਾ ਲਿਆ ਗਿਆ। ਪੁਲਿਸ ਦਾਅਵਾ ਕਰ ਰਹੀ ਹੈ ਚੰਡੀਗੜ੍ਹ ਦੇ ਸੈਕਟਰ 7 ਦੇ ਵਿੱਚ ਚੋਰੀ ਹੋਈ ਸੀ। ਇਸ ਮਾਮਲੇ 'ਚ ਪੁਲਿਸ ਨੇ ਜਸਵਿੰਦਰ ਨਾਮ ਦੇ ਸ਼ਖਸ ਨੂੰ ਫੜਿਆ। ਹੈਰਾਨੀ ਦੀ ਗੱਲ ਇਹ ਹੈ ਕਿ ਜੇਲ੍ਹ ਦਾ ਵਾਰਡਰ ਰਹਿ ਚੁੱਕਿਆ ਹੈ। ਪੁਲਿਸ ਨੇ ਮੁਲਜ਼ਮ ਦੇ ਕੋਲੋਂ 100% ਦੀ ਰਿਕਵਰੀ ਵੀ ਕਰਨ ਦਾ ਦਾਅਵਾ ਕੀਤਾ ਹੈ। ਚੰਡੀਗੜ੍ਹ ਦੇ ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਦੇ ਉੱਤੇ ਪਹਿਲਾਂ ਵੀ 13 ਮਾਮਲੇ ਦਰਜ ਨੇ। ਉੱਥੇ ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਨਸ਼ੇ ਦਾ भी आदी है। जो चोरी हुई थी लास्ट दिनों में जो गिरफ्तारी हुई है, पुलिस को इन्फॉर्मेशन क्या? इसमें हमने जसविंदर सिंह बराड़ नाम के एक लड़के को अरेस्ट किया हुआ और इसमें जो डीसी पटियाला और डीसी तरनतारन के घर यहाँ सेक्टर 7 में है, वहाँ पे इसने चोरी की वारदात को अंजाम दिया था और आज इसको अरेस्ट किया। और इससे एक जो घर में जो सेक्टर 902 में जो इसने चोरी की थी वो तकरीबन सारा सामान हमने रिकवर किया। बाकी हम इंटरोगेशन आज इसको रिमांड पेश करेंगे। जो रिमांड मिलेगा देन उसके बाद सर प्राइमरी इन्वेस्टिगेशन सामने आया हो, किस तरह से कोई जानकार है या पहले ही? नहीं, ये बेसिकली ईयरमार्क करता था घर को और दूसरा ये नोट करता था कि कौन सा घर काफ़ी टाइम से बंद है, कोई न्यूज़पेपर वगैरह बाहर पड़ा हुआ है काफ़ी टाइम से नहीं उठाया, इस तरह की चीज़ें ये नोटिस करता था और उसके बाद वारदात को लेट नाइट अंजाम देता था। सर क्रिमिनल बैकग्राउंड क्या है? ये पहले भी इसके ऊपर FIR रजिस्टर्ड है डिस्ट्रिक्ट हिसार में और उसके अलावा इस पर जो हमने अभी तक मुख्तलिफ जो इन्वेस्टिगेशन की है तकरीबन इसके ऊपर 13-14 FIR रजिस्टर्ड FIR इसने 13-14 इसने जो वारदातों को अंजाम दिया उनकी FIR कहाँ पे रजिस्टर्ड है वो एक बार हम वेरीफाई करें। जेल वार्डन भी रहा है? हाँ, ये फरीदाबाद में जेल वार्डन है, बाद में इसकी अरेस्ट हो गई थी और उसके बाद ਤਾਂ ਪੁਲਿਸ ਡਿਪਟੀ ਕਮਿਸ਼ਨਰ ਦੇ ਘਰ ਚੋਰੀ ਕਰਨ ਵਾਲਿਆਂ ਨੂੰ ਛੱਡਦੀ ਨਹੀਂ ਲੱਭ ਲੈਂਦੀ ਹੈ। ਖੈਰ ਜਦੋਂ ਵੱਡੇ ਅਧਿਕਾਰੀਆਂ ਦੇ ਘਰ ਚੋਰੀ ਹੋਵੇ ਤੇ ਉਸ ਚੋਰੀ ਦੀ ਵਾਰਦਾਤ ਨੂੰ ਪੁਲਿਸ ਬਹੁਤ ਜਲਦੀ ਸੁਲਝਾ ਲਵੇ, 100% ਰਿਕਵਰੀ ਕਰ ਲਵੇ, ਫਿਰ ਫਰਕ ਤਾਂ ਪੈਂਦਾ ਹੈ। ਇੰਤਜ਼ਾਰ ਉਹ ਲੋਕ ਵੀ ਕਰ ਰਹੇ ਹੋਣਗੇ ਜਿਨ੍ਹਾਂ ਦੇ ਘਰ ਚੋਰੀਆਂ ਹੋਈਆਂ ਕਿ ਕੁਝ ਇਸ ਤਰੀਕੇ ਦਾ ਹੀ ਐਕਸ਼ਨ ਪੁਲਿਸ ਦਾ ਉਹਨਾਂ ਦੇ ਕੇਸ ਦੇ ਵਿੱਚ ਵੀ ਨਜ਼ਰ ਆਵੇ। ਹੁਣ ਖਬਰ ਫਿਰੋਜ਼ਪੁਰ ਤੋਂ। ਫਿਰੋਜ਼ਪੁਰ ਦੇ ਪਿੰਡ ਮਦਰੇ ਦੇ ਵਿੱਚ ਪਨ ਗ੍ਰੇਨ ਦੇ ਗੋਦਾਮ ਦੇ ਵਿੱਚ ਚੈਕਿੰਗ ਕੀਤੀ ਗਈ ਜਿੱਥੇ ਕਰੋੜਾਂ ਰੁਪਏ ਦੀ ਕਣਕ ਖੁਰਦ-ਬੁਰਦ ਹੋਣ ਦਾ ਮਾਮਲਾ ਸਾਹਮਣੇ ਆਇਆ। ਗੋਦਾਮ ਦੇ ਵਿੱਚ ਕਣਕ ਦੀ ਬੋਰੀਆਂ ਦੀਆਂ ਢੇਰੀਆਂ ਲੱਗੀਆਂ ਹੋਈਆਂ ਨੇ ਤੇ ਕੁਝ ਕੁ ਨੌਜਵਾਨ ਇਸ ਢੇਰੀਆਂ ਤੋਂ ਕਣਕ ਦੀਆਂ ਬੋਰੀਆਂ ਕੱਢਦੇ ਨੇ ਤੇ ਉਹਨਾਂ ਬੋਰੀਆਂ ਦੇ ਵਿੱਚ ਲੱਕੜ ਦੇ ਕ੍ਰੇਟ ਲਗਾ ਰਹੇ ਨੇ ਤੇ ਉਹਨਾਂ ਕ੍ਰੇਟਾਂ ਨੂੰ ਢੱਕਣ ਦੇ ਲਈ ਉਹਨਾਂ ਦੇ ਅੱਗੇ ਬੋਰੀਆਂ ਲਗਾ ਦਿੱਤੀਆਂ ਗਈਆਂ ਤਾਂ ਜੋ ਸਟਾਕ ਪੂਰਾ ਦਿਖਾਇਆ ਜਾ ਸਕੇ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਉਹਨਾਂ ਤੇ ਤੀਜੀ ਅੱਖ ਦੇ ਨਾਲ ਨਜ਼ਰ ਰੱਖ ਰਹੇ ਨੇ ਤੇ ਇਹਨਾਂ ਦਾ ਇਹ ਕਾਰਾ ਕੈਮਰੇ ਦੇ ਵਿੱਚ ਕੈਦ ਹੋ ਚੁੱਕਾ ਹੈ। ਉਹ ਸਟੈਕ ਜੀ ਇਹਨਾਂ ਨੇ ਅਸੀਂ 3 ਸਟੈਕ ਉਦੋਂ ਮੌਕੇ ਤੇ ਫੜੇ ਆ, ਬਾਕੀ ਪਤਾ ਨਹੀਂ 7-8 ਸਟੈਕਾਂ 'ਚ ਕੰਪਲੀਟ ਆਈ ਹੈ ਜੀ। ਕਿੰਨੇ ਕੁ ਮਾਲ ਜਿਹੜਾ ਖੁਰਦ-ਬੁਰਦ ਕੀਤਾ ਇਹ 2-2.5 ਕਰੋੜ ਦਾ ਘਪਲਾ ਹੈ ਜੀ। ਬੋਰੀਆਂ ਦੀ ਗਿਣਤੀ ਕੀਤੀ ਜਾ ਰਹੀ ਹੈ ਤੇ ਮਹਿਕਮੇ ਮੁਤਾਬਕ ਕਰੀਬ 2.5 ਕਰੋੜ ਦਾ ਇਹ ਘਪਲੇ ਦਾ ਖਰਚਾ ਜਤਾਇਆ ਜਾ ਰਿਹਾ ਹੈ। ਜਿਸ ਤਰੀਕੇ ਨਾਲ ਇਹ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ, ਇੱਕ ਚੀਜ਼ ਸਾਫ਼ ਹੈ ਕਿ ਵੱਡੇ ਪੱਧਰ ਦੇ ਉੱਤੇ ਘਪਲਾ ਹੋ ਰਿਹਾ ਸੀ। ਯਾਨੀ ਕਿ ਬਹੁਤ ਸੌਖੀ ਹੈ ਇਸ ਚੀਜ਼ ਨੂੰ ਸਮਝਣਾ ਕਿ ਵੱਡੀਆਂ ਢਾਂਗਾਂ ਲੱਗੀਆਂ ਹੋਈਆਂ ਨੇ ਔਰ ਵਿਚਾਲੇ ਤੋਂ ਖੋਖਲਾ ਹੈ ਉਹ ਪੂਰਾ ਗੋਦਾਮ, ਕਿਉਂਕਿ ਉੱਥੇ ਜਿਹੜੇ ਇੱਕ ਕ੍ਰੇਟ ਲਗਾ ਕੇ ਉਸ ਨੂੰ ਭਰ ਦਿੱਤਾ ਗਿਆ ਤੇ ਬੋਰੀਆਂ ਕੱਢ ਲਈਆਂ ਗਈਆਂ, ਇਲਜ਼ਾਮ ਲੱਗ ਰਹੇ ਨੇ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਲੁਧਿਆਣਾ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਗੇਟ ਦੇ ਬਾਹਰ PhD ਹੋਲਡਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਵੱਖਰੇ ਤਰੀਕੇ ਨਾਲ ਕੁਝ ਇਸ ਤਰੀਕੇ ਨਾਲ ਪ੍ਰਦਰਸ਼ਨਕਾਰੀਆਂ ਨੇ ਯੂਨੀਵਰਸਿਟੀ ਦੇ ਗੇਟ ਦੇ ਬਾਹਰ ਲੋਕਾਂ ਦੇ ਬੂਟ ਪਾਲਿਸ਼ ਕੀਤੇ ਤੇ ਸਬਜ਼ੀਆਂ ਵੇਚੀਆਂ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ 15 ਸਾਲਾਂ ਤੋਂ 3 ਸਰਕਾਰਾਂ ਪੰਜਾਬ ਦੇ ਵਿੱਚ ਆਈਆਂ, ਕਿਸੇ ਸਰਕਾਰ ਨੇ ਉਹਨਾਂ ਦੀ ਮੰਗ ਨੂੰ ਪੂਰਾ ਨਹੀਂ ਕੀਤਾ। ਉਹਨਾਂ ਦੀ ਮੰਗ ਹੈ ਕਿ ਖੇਤੀਬਾੜੀ ਵਿਭਾਗ ਦੇ ਵਿੱਚ ਜੋ ਖਾਲੀ ਅਹੁਦੇ ਪਏ ਨੇ ਉਹਨਾਂ ਨੂੰ ਭਰਿਆ ਜਾਵੇ। 15 ਰੁਪਏ ਅਸੀਂ ਬੂਟ ਪਾਲਿਸ਼ ਦਾ ਇੱਕ ਰੇਟ ਰੱਖਿਆ ਜੀ। ਜਿਹੜਾ ਇੱਥੇ ਪੈਸਾ ਆਊਗਾ ਅਸੀਂ ਸਰਕਾਰੀ ਖਜ਼ਾਨੇ 'ਚ ਸਰਕਾਰ ਦੀ ਮਦਦ ਕਰਾਂਗੇ, ਉੱਥੇ ਜਮ੍ਹਾਂ ਕਰਾਵਾਂਗੇ। ਜਿਹਨੂੰ ਇਹ ਕਹਿੰਦੇ ਜਿਹੜਾ ਖਜ਼ਾਨਾ ਖਾਲੀ ਆ, ਜਿਹਨੂੰ ਮਾਨ ਸਾਹਿਬ ਕਹਿੰਦੇ ਜੀ ਜੇ ਖਜ਼ਾਨਾ ਕਿਉਂ ਕਹਿਣਾ, ਇਹਨੂੰ ਪੀਪਾ ਕਹਿਣਾ, ਪੀਪਾ ਭਰਨ ਦੀ ਕੋਸ਼ਿਸ਼ ਕਰਾਂਗੇ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਸੱਤਾ ਬਦਲਾਅ ਤੋਂ ਬਾਅਦ ਇੱਕ ਉਮੀਦ ਜਾਗੀ ਹੈ, ਪਰ ਨਵੀਂ ਸਰਕਾਰ ਵੀ ਉਸੇ ਰਾਹ ਦੇ ਉੱਤੇ ਚੱਲਦੀ ਨਜ਼ਰ ਆਉਂਦੀ ਹੈ। ਤਾਂ ਵੱਖਰੇ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਗਿਆ। ਬੂਟ ਪਾਲਿਸ਼, ਸਬਜ਼ੀ ਵੇਚ ਕੇ
ਔਰ ਇਹ PhD ਹੋਲਡਰਸ ਨੇ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸੀ। ਅੱਗੇ ਵਧਦੇ ਹੁਣ ਸਾਬਕਾ ਕਾਂਗਰਸੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪੰਜਾਬ ਸਰਕਾਰ ਦੀ ਰਡਾਰ ਦੇ ਉੱਤੇ ਨਜ਼ਰ ਆ ਰਹੇ ਨੇ। ਉਹਨਾਂ ਦੇ ਨਾਲ 2 IAS ਅਫਸਰਾਂ ਦੇ ਉੱਤੇ ਵੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹਨਾਂ ਤਿੰਨਾਂ ਤੇ ਅੰਮ੍ਰਿਤਸਰ ਦੇ ਵਿੱਚ ਜ਼ਮੀਨ ਦੀ ਸੌਦੇਬਾਜ਼ੀ ਦੇ ਵਿੱਚ 28 ਕਰੋੜ ਦੇ ਘਪਲੇ ਦਾ ਇਲਜ਼ਾਮ ਹੈ। ਮੌਜੂਦਾ ਪਿੰਡੂ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਨੇ ਇਸ ਦੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ ਹੈ। ਮੰਤਰੀ ਧਾਲੀਵਾਲ ਨੇ ਕਿਹਾ ਕਿ ਇਸ ਦੇ ਵਿੱਚ ਸਾਬਕਾ ਮੰਤਰੀ ਅਤੇ 2 IAS ਦੇ ਨਾਮ ਆਉਣ ਦੀ ਵਜ੍ਹਾ ਨਾਲ ਕਾਰਵਾਈ ਕਰਨਾ ਮੇਰੇ ਅਧਿਕਾਰ ਖੇਤਰ ਦੇ ਵਿੱਚ ਨਹੀਂ, ਇਸ ਲਈ ਇਸ ਨੂੰ ਮੁੱਖ ਮੰਤਰੀ ਨੂੰ ਸੌਂਪਿਆ ਗਿਆ ਹੈ। ਸਾਡੇ ਡਿਪਾਰਟਮੈਂਟ ਦੇ 2 IAS ਅਫਸਰ ਸੀਗੇ ਤੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਜਿਹੜੇ ਉਸ ਸਮੇਂ ਪੰਚਾਇਤੀ ਰਾਜ ਦੇ ਮੰਤਰੀ ਸੀ। ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਸਾਬਕਾ ਮੰਤਰੀ ਬਾਜਵਾ ਜਾਂਚ ਕਮੇਟੀ ਦੇ ਸਾਹਮਣੇ ਪੇਸ਼ ਵੀ ਹੋਏ ਅਤੇ ਉਹਨਾਂ ਨੇ ਆਪਣਾ ਪੱਖ ਵੀ ਰੱਖਿਆ। ਤ੍ਰਿਪਤ ਬਾਜਵਾ ਜੀ ਨੇ ਕਮੇਟੀ ਦੇ ਅੱਗੇ ਪੇਸ਼ ਹੋਣ ਦਾ ਮਤਲਬ ਕਿਹਾ ਸੀਗਾ ਤਾਂ ਪੇਸ਼ ਵੀ ਹੋਏ, ਆਪਣਾ ਪੱਖ ਰੱਖ ਕੇ ਆਏ ਤੇ ਮੈਂ ਬਿਲਕੁਲ ਕਮੇਟੀ ਨੂੰ ਕਿਹਾ ਕਿ ਨਿਰਪੱਖ ਜਾਂਚ ਕਰਦੇ ਆ, ਕੋਈ ਮਤਲਬ ਆਪਾਂ ਕਿਸੇ ਦਾ ਕੋਈ ਸਿਆਸੀ ਬੱਲਾ ਲੈਣ ਵਾਲੀ ਗੱਲ ਨਹੀਂ। ਮਾਮਲਾ ਅੰਮ੍ਰਿਤਸਰ ਦੇ ਪਿੰਡ ਭਗਤੂਪੁਰਾ ਦੀ ਪੰਚਾਇਤ ਦੀ ਜ਼ਮੀਨ ਦਾ ਹੈ, ਜਿਸ ਦੀ ਵਿਕਰੀ ਦੇ ਵਿੱਚ ਕਰੋੜਾਂ ਦੀ ਗੜਬੜੀ ਦਾ ਖਦਸ਼ਾ ਹੈ, ਜਿਸ ਦੇ ਲਈ ਜਾਂਚ ਕਮੇਟੀ ਬਣਾਈ ਗਈ ਸੀ। ਇਸ ਦੀ ਰਿਪੋਰਟ ਆਉਣ ਤੋਂ ਬਾਅਦ CM ਨੂੰ ਸੌਂਪੀ ਗਈ ਹੈ। ਹੁਣ ਫੈਸਲਾ ਕਾਰਵਾਈ ਨੂੰ ਲੈ ਕੇ CM ਨੂੰ ਕਰਨਾ ਹੈ। ਪਹਿਲਾਂ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਦੂਜੇ ਪਾਸੇ ਸੰਗਤ ਸਿੰਘ ਗਿਲਜੀਆਂ ਦੇ ਉੱਤੇ ਗ੍ਰਿਫਤਾਰੀ ਦੀ ਤਲਵਾਰ ਹੈ। ਹਾਲਾਂਕਿ ਉਹਨਾਂ ਨੂੰ ਜ਼ਰੂਰ ਰਾਹਤ ਹਾਈ ਕੋਰਟ ਤੋਂ ਫਿਲਹਾਲ ਮਿਲੀ ਹੋਈ ਹੈ। ਇਸ ਵਿਚਾਲੇ ਭਾਰਤ ਭੂਸ਼ਣ ਆਸ਼ੂ ਰਾਜਾ ਵੜਿੰਗ ਦਾ ਨਾਮ ਵੀ ਪਹਿਲਾਂ ਸਾਹਮਣੇ ਆਇਆ ਸੀ ਤੇ ਹੁਣ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤਾਂ ਸਾਬਕਾ ਮੰਤਰੀ ਰਡਾਰ ਦੇ ਉੱਤੇ ਨੇ ਤੇ ਸਾਬਕਾ ਮੰਤਰੀਆਂ ਦੇ ਉੱਤੇ ਐਕਸ਼ਨ ਦੀ ਤਿਆਰੀ ਦੇ ਵਿੱਚ ਮੌਜੂਦਾ ਸਰਕਾਰ ਹੈ। ਅੱਗੇ ਵਧਦੇ ਹਾਂ, ਇੱਕ ਹੋਰ ਸਾਬਕਾ ਮੰਤਰੀ ਦਾ ਅਸੀਂ ਜ਼ਿਕਰ ਕਰਾਂਗੇ। ਅਕਾਲੀ ਦਲ ਦੇ ਨਾਲ ਸੰਬੰਧਿਤ ਨੇ, ਨਾਮ ਹੈ ਬਿਕਰਮ ਮਜੀਠੀਆ। ਬਿਕਰਮ ਮਜੀਠੀਆ ਦੀ ਜ਼ਮਾਨਤ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਫੈਸਲਾ ਰਿਜ਼ਰਵ ਰੱਖਿਆ ਹੈ। ਹਾਈ ਕੋਰਟ 'ਚ ਇਸ ਤੋਂ ਪਹਿਲਾਂ ਦੋਵੇਂ ਧਿਰਾਂ ਦੇ ਵਕੀਲਾਂ ਦੇ ਵਿਚਾਲੇ ਕਰੀਬ 4 ਘੰਟੇ ਤੱਕ ਬਹਿਸ ਹੋਈ। ਮਜੀਠੀਆ ਦੇ ਵਕੀਲਾਂ ਨੇ ਸਿਆਸੀ ਰੰਜਿਸ਼ ਦੇ ਤਹਿਤ ਉਹਨਾਂ ਨੂੰ ਇਸ ਕੇਸ ਦੇ ਵਿੱਚ ਫਸਾਉਣ ਦਾ ਇਲਜ਼ਾਮ ਲਗਾਇਆ। ਬਹਿਸ ਪੂਰੀ ਹੋਣ ਤੋਂ ਬਾਅਦ ਹਾਈ ਕੋਰਟ ਨੇ ਫੈਸਲਾ ਰਿਜ਼ਰਵ ਰੱਖ ਲਿਆ। ਹਾਂਜੀ, ਅੱਜ ਸਵੇਰੇ 10 ਵਜੇ ਬਹਿਸ ਸ਼ੁਰੂ ਹੋ ਗਈ ਸੀ ਤੇ ਹੁਣ ਕੰਕਲੂਡ ਹੋਈ ਹੈ। ਆਰਡਰਸ ਰਿਜ਼ਰਵ ਹੋ ਗਏ ਔਰ ਜਜਮੈਂਟ ਰਿਜ਼ਰਵਡ ਹੈ ਜੀ। ਵੀ ਵੇਟਿੰਗ ਫॉर द ਆਰਡਰ ਨਾਓ। ਦੱਸ ਦਈਏ ਕਿ ਬਿਕਰਮ ਮਜੀਠੀਆ ਡਰੱਗਸ ਕੇਸ ਦੇ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ। ਹਾਈ ਕੋਰਟ ਦੀ ਡਬਲ ਬੈਂਚ ਇਸ ਦੀ ਸੁਣਵਾਈ ਕਰ ਰਹੀ ਹੈ। ਸੁਣਵਾਈ ਦੇ ਦੌਰਾਨ ਉਹਨਾਂ ਦੀ ਵਿਧਾਇਕ ਪਤਨੀ ਗਨੀਪ ਕੌਰ ਮਜੀਠੀਆ ਵੀ ਹਾਈ ਕੋਰਟ ਦੇ ਵਿੱਚ ਮੌਜੂਦ ਸਨ। ਮਜੀਠੀਆ 24 ਫਰਵਰੀ ਤੋਂ ਜੇਲ੍ਹ ਦੇ ਵਿੱਚ ਬੰਦ ਨੇ। ਕੁਝ ਮਹੀਨੇ ਪਹਿਲਾਂ ਮਜੀਠੀਆ ਡਰੱਗਸ ਕੇਸ ਖਾਰਿਜ ਕਰਵਾਉਣ ਦੇ ਲਈ ਸੁਪਰੀਮ ਕੋਰਟ ਵੀ ਗਏ ਸੀ। ਸੁਪਰੀਮ ਕੋਰਟ ਨੇ ਉਹਨਾਂ ਨੂੰ ਹੇਠਲੀ ਅਦਾਲਤ ਦੇ ਵਿੱਚ ਜਾਣ ਨੂੰ ਕਿਹਾ ਸੀ। ਹੁਣ ਅੱਗੇ ਵਧਦੇ ਹਾਂ ਤੇ ਵਾਰੀ ਅੱਜ ਦੇ ਇਤਿਹਾਸ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ। ਇਤਿਹਾਸ ਦੇ ਪੰਨਿਆਂ ਦੇ ਵਿੱਚ 29 ਜੁਲਾਈ ਦਾ ਦਿਨ ਕੀ ਕੁਝ ਕਹਿੰਦਾ ਉਹ ਤੁਹਾਨੂੰ ਦੱਸਦੇ ਹਾਂ। 29 ਜੁਲਾਈ ਦਾ ਦਿਨ, ਜੀ ਹਾਂ, 1748 ਦੇ ਵਿੱਚ ਬ੍ਰਿਟਿਸ਼ ਫੌਜ ਦੀ ਪਹਿਲੀ ਟੁਕੜੀ ਭਾਰਤ ਪਹੁੰਚੀ ਸੀ। 29 ਜੁਲਾਈ ਨੂੰ ਹੀ 29 ਜੁਲਾਈ ਸਾਲ 1948 ਨੂੰ ਈਸਟ ਇੰਡੀਆ ਕੰਪਨੀ ਦੀ ਮਦਦ ਦੇ ਲਈ ਪਹਿਲੀ ਬ੍ਰਿਟਿਸ਼ ਫੌਜ ਦੀ ਟੁਕੜੀ ਭਾਰਤ ਪਹੁੰਚੀ ਸੀ। ਇਹ ਪਹਿਲਾ ਮੌਕਾ ਸੀ ਜਦੋਂ ਬ੍ਰਿਟਿਸ਼ ਫੌਜ ਨੇ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਕਦਮ ਰੱਖਿਆ ਹੋਵੇ। ਇਸ ਤੋਂ ਬਾਅਦ ਈਸਟ ਇੰਡੀਆ ਕੰਪਨੀ ਨੇ ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਵਪਾਰਿਕ, ਪ੍ਰਸ਼ਾਸਨਿਕ ਅਤੇ ਫੌਜੀ ਪੱਧਰ ਦੇ ਉੱਤੇ ਕਬਜ਼ਾ ਕਰ ਲਿਆ ਤੇ ਇਸ ਬ੍ਰਿਟਿਸ਼ ਫੌਜ ਦੇ ਨਾਲ ਈਸਟ ਇੰਡੀਆ ਕੰਪਨੀ ਨੇ ਭਾਰਤੀਆਂ ਤੇ ਜ਼ਬਰ ਕੀਤਾ ਤੇ ਲੁੱਟ-ਮਾਰ ਕੀਤੀ ਤੇ ਇਸ ਜ਼ੁਲਮ ਦੇ ਖਿਲਾਫ 1857 ਦੇ ਵਿੱਚ, ਜਿਸ ਨੂੰ ਆਜ਼ਾਦੀ ਦੀ ਪਹਿਲੀ ਲੜਾਈ ਕਿਹਾ ਜਾਂਦਾ ਹੈ, ਕ੍ਰਾਂਤੀ ਕਿਹਾ ਜਾਂਦਾ ਹੈ, ਉਹ ਹੋਈ 1857 ਦੇ ਵਿੱਚ ਤੇ ਇਸ ਨਾਕਾਮੀ ਤੋਂ ਬਾਅਦ ਈਸਟ ਇੰਡੀਆ ਕੰਪਨੀ ਦਾ ਬ੍ਰਿਟਿਸ਼ ਰਾਜ ਦੇ ਵਿੱਚ ਰਲੇਵਾਂ ਕਰ ਦਿੱਤਾ ਗਿਆ ਤੇ ਫਿਰ ਭਾਰਤ ਦੇ ਵਿੱਚ ਬ੍ਰਿਟਿਸ਼ ਰਾਜ ਹੋ ਗਿਆ। ਤੇ 29 ਜੁਲਾਈ 1748 ਦਾ ਦਿਨ ਸੀ ਜਦੋਂ ਪਹਿਲੀ ਵਾਰ ਬ੍ਰਿਟਿਸ਼ ਫੌਜ ਨੇ ਭਾਰਤੀ ਜ਼ਮੀਨ ਦੇ ਉੱਤੇ ਕਦਮ ਰੱਖਿਆ ਸੀ। ਕਾਬਿਲੇ ਗੌਰ ਇਹ ਵੀ ਹੈ ਕਿ ਉਸ ਤੋਂ ਬਾਅਦ ਲਗਾਤਾਰ ਉੱਥੋਂ ਟੁਕੜੀਆਂ ਭਾਰਤ ਪਹੁੰਚਦੀਆਂ ਰਹੀਆਂ, ਪਰ 15 ਅਗਸਤ 1947 ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਉਸ ਦਿਨ ਦੇਸ਼ ਨੇ ਆਜ਼ਾਦੀ ਹਾਸਲ ਕਰ ਲਈ। ਹਜ਼ਾਰਾਂ ਕੁਰਬਾਨੀਆਂ, ਲੱਖਾਂ ਕੁਰਬਾਨੀਆਂ ਤੋਂ ਬਾਅਦ ਅੰਗਰੇਜ਼ਾਂ ਨੂੰ ਦੇਸ਼ ਛੱਡ ਕੇ ਭੱਜਣਾ ਪਿਆ। ਫਰਕ ਤਾਂ ਪੈਂਦੇ ਦੇ ਵਿੱਚ ਵੇਲਾ ਇੱਕ ਛੋਟੇ ਜਿਹੇ ਬ੍ਰੇਕ ਦਾ ਹੋ ਚੱਲਿਆ। ਵਾਪਸ ਆਵਾਂਗੇ ਕੁਝ ਹੋਰ ਖਬਰਾਂ।